ਇੰਪੋਰਟੈਂਟ ਸੀਗੀਆਂ ਤਾਂ ਤੁਹਾਨੂੰ ਅਸੀਂ ਯਾਦ ਕੀਤਾ ਸੀ। ਅਰਦਾਸ ਦੀਆਂ ਸਤਰਾਂ ਨੂੰ ਜਿਹੜਾ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਉਹਦੇ ਤੁਸੀਂ ਕੀ ਕਰਦੇ ਹੋ? ਕਿੱਥੇ ਜੀ? ਅਰਦਾਸ ਦੀ ਕਾਂਗਰਸ ਪਾਰਟੀ ਵੱਲੋਂ ਅਰਦਾਸ ਜਿਹੜੀ ਉਹਦੀ ਸਤਰਾਂ ਨੂੰ ਤੋੜ ਮਰੋੜ ਪੰਜਾਬ ਦੀ ਰਹੇ ਚੜ੍ਹਦੀ ਕਲਾ, ਕਾਂਗਰਸ ਮੰਗੇ ਸਰਬੱਤ ਦਾ ਭਲਾ, ਇਹ ਹੋਰਡਿੰਗ ਲੱਗੇ, ਇਸ ਦੀ ਕਾਫੀ ਚਰਚਾ ਹੋ ਰਹੀ ਹੈ। ਧਾਮੀ ਸਾਹਿਬ ਨੇ ਵੀ ਇਸ ਤੇ ਜਿਹੜਾ ਇਲੈਕਸ਼ਨ ਕਮਿਸ਼ਨ ਮੁਹੰਮਦ ਮੁਸਤਫਾ ਵੱਲੋਂ ਮਾਫੀ ਮੰਗੀ ਗਈ ਹੈ। ਦੇਖੋ, ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਜਿੱਥੇ ਉਹਨਾਂ ਦੀ ਇੰਟਰਵੈਂਸ਼ਨ ਦੀ ਬੜੀ ਸਖਤ ਲੋੜ ਹੈ ਇਹਦੇ 'ਚ, ਕਿ ਜਿਸ ਕਾਂਗਰਸ ਪਾਰਟੀ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਕਰਾਇਆ ਹੋਵੇ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ ਤੇ ਹਜ਼ਾਰਾਂ ਗੁਰਸਿੱਖਾਂ ਨੂੰ, ਗੁਰੂ ਨਾਨਕ ਨਾਮ ਲੇਵਾ ਨੂੰ ਸ਼ਹੀਦ ਕੀਤਾ ਹੋਵੇ, ਔਰ ਦਿੱਲੀ ਦੇ ਜੈਨੋਸਾਈਡ ਕਤਲੇਆਮ 'ਚ ਨਸਲਕੁਸ਼ੀ 'ਚ ਜਿਹਦਾ ਗਾਂਧੀ ਪਰਿਵਾਰ ਦਾ ਬਹੁਤ ਵੱਡਾ ਹੱਥ ਹੋਵੇ, ਅੱਜ ਫੇਰ ਗੰਦੀ ਸਾਜ਼ਿਸ਼, ਗੰਦੀ ਰਾਜਨੀਤੀ ਕਰਦੇ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੋ ਸੇਧ ਹੈ, ਜੋ ਸਮੱਤ ਹੈ, ਉਸ ਨੂੰ ਗਲਤ ਤਰੀਕੇ ਨਾਲ ਆਪਦੇ ਇਲੈਕਸ਼ਨ ਕੈਂਪੇਨ 'ਚ ਵਰਤਣਾ, ਇਹ ਬੜੀ ਗਲਤ ਗੱਲ ਹੈ। ਔਰ ਨਾਲ ਹੀ ਮੈਂ ਸਮਝਦਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਸੂ ਮੋਟੋ ਐਕਸ਼ਨ ਲੈ ਕੇ ਕਾਂਗਰਸ ਪਾਰਟੀ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ। ਇੱਕ ਨਵਜੋਤ ਕੌਰ ਸਿੱਧੂ ਦਾ ਬਿਆਨ ਆਇਆ ਸਾਹਮਣੇ ਕਿ ਜੇਕਰ ਇੱਥੇ ਸਾਨੂੰ ਸਫਲਤਾ ਨਾ ਮਿਲੀ ਤਾਂ ਜਿਹੜਾ ਅਸੀਂ ਪ੍ਰੋਫੈਸ਼ਨਲ, ਜਿਹੜਾ ਸਾਡਾ ਪ੍ਰੋਫੈਸ਼ਨ ਹੈਗਾ ਨਵਜੋਤ ਸਿੰਘ ਸਿੱਧੂ ਦਾ, ਉਹ ਅਸੀਂ ਚੁਣਾਂਗੇ ਤੇ ਲੱਖਾਂ ਦੇ ਜਿਹੜੇ ਸਾਡੇ ਘਾਟੇ ਨੇ, ਅਸੀਂ ਹਰ ਮਹੀਨੇ ਲੱਖਾਂ ਦੀ ਕਮਾਈ ਕਰਦੇ ਸੀਗੇ, ਅਸੀਂ ਉਹ ਆਪਣਾ ਪ੍ਰੋਫੈਸ਼ਨ ਦੁਬਾਰਾ ਚੁਣਾਂਗੇ ਜੇ ਸਾਨੂੰ ਸਫਲਤਾ ਨਹੀਂ ਮਿਲਦੀ ਸਿਆਸਤ ਛੱਡਣ ਦੀ। ਮੈਂ ਆਪ ਦੀ ਭੈਣ ਬੀਬੀ ਨਵਜੋਤ ਕੌਰ ਸਿੱਧੂ ਜੀ ਦਾ ਧੰਨਵਾਦ ਕਰਦਾ ਕਿ ਬਿੱਲੀ ਥੈਲਿਓ ਬਾਹਰ ਆਈ, ਔਰ ਜੋ ਗੱਲ ਸੱਚ ਦੀ ਮੈਂ ਕਹਿੰਦਾ ਸੀਗਾ ਕਿ ਸੱਚਾਈ ਇਹ ਹੈ ਕਿ ਇਹਨਾਂ ਦਾ ਪੰਜਾਬ ਦਾ ਮਾਡਲ ਕੋਈ ਨਹੀਂ, ਇਹ ਸਿਰਫ ਤੇ ਸਿਰਫ ਧੋਖੇ ਦਾ ਮਾਡਲ ਹੈ, ਚੀਟ ਦਾ ਮਾਡਲ ਹੈ, ਫਰੇਬ ਦਾ ਮਾਡਲ ਹੈ। ਉਹੀ ਗੱਲ ਹੋਈ ਕਿ ਹੁਣ ਵੀ ਮਸਲਾ ਆਪਣੇ ਹਲਕੇ ਦੀ ਗੱਲ ਨਹੀਂ ਕਰਦੇ। ਜਿਸ ਹਲਕੇ ਨੂੰ 18 ਸਾਲ ਉਹਨਾਂ ਨੇ, ਮੈਂ ਕਹਿ ਸਕਦਾ, ਨਿਗਲੈਕਟ ਕੀਤਾ, ਡੁਬੋ ਛੱਡਿਆ, ਹਲਕੇ ਦੇ ਲੋਕਾਂ ਨਾਲ ਕੋਈ ਰਾਬਤਾ ਨਹੀਂ, ਪੰਜਾਬ ਦੇ ਲੋਕਾਂ ਨਾਲ ਕੋਈ ਰਾਬਤਾ ਨਹੀਂ। ਗੱਲ ਸਿਰਫ ਇੱਕ ਹੀ ਦੀ ਹੈ, ਕਿੱਸਾ ਕੁਰਸੀ ਦਾ। ਕੁਰਸੀ ਮਿਲੂ ਤੇ ਸਭ ਕੁਝ, ਜੇ ਕੁਰਸੀ ਨਹੀਂ ਮਿਲੂ ਤੇ ਕੁਝ ਨਹੀਂ। ਕਿ ਇਸ ਤਰੀਕੇ ਦੀ ਲੋਕਾਂ ਪ੍ਰਤੀ ਸੋਚ ਰੱਖਣੀ ਕਿਸੇ ਵੀ ਰਾਜਸੀ ਲੀਡਰ ਲਈ ਠੀਕ ਹੈ, ਬਿਕੋਜ਼ ਨਿਰਸਵਾਰਥ ਸੇਵਾ ਹੁੰਦੀ ਹੈ। ਅਹੁਦੇ ਮਿਲ ਗਏ ਬਹੁਤ ਚੰਗੀ ਗੱਲ ਹੈ, ਨਹੀਂ ਮਿਲੇ ਤੁਸੀਂ ਕੰਟੀਨਿਊ ਯੋਰ ਗੁੱਡ ਵਰਕ, ਤੁਸੀਂ ਆਪ ਦਾ ਕੰਮ ਕਰੋ। ਮਗਰ ਸੁਭਾਵਿਕ ਹੈ ਇਹਨਾਂ ਨੂੰ ਗੁੱਡ ਵਰਕ ਤਾਂ ਦੂਰ ਦੀ ਗੱਲ ਹੈ, ਵਰਕ ਹੀ ਨਹੀਂ ਕੀਤਾ। ਔਰ ਇਹੀ ਕਾਰਨ ਹੈ ਕਿ ਉਹਨਾਂ ਨੇ ਸਪਸ਼ਟ ਹੀ ਕਰਤਾ ਕਿ ਸਾਨੂੰ ਤਾਂ ਜੇ ਕੁਰਸੀ ਮੁੱਖ ਮੰਤਰੀ ਦੀ ਮਿਲੂਗੀ ਤਾਂ ਠੀਕ ਹੈ, ਨਹੀਂ ਤਾਂ ਵੀ ਆਰ ਨਾਟ ਇੰਟਰਸਟਿਡ। ਕਿਉਂਕਿ ਉਹਨਾਂ ਦੇ ਆਲੇ ਦੁਆਲੇ ਨੇ ਜੋ ਕੰਮ ਕਰਨੇ ਆ, ਜੋ ਇੰਪਰੂਵਮੈਂਟ ਟਰਸਟ 'ਚ ਹੋ ਰਿਹਾ, ਜਾਂ ਜੋ ਪੈਸੇ ਸਰਕਾਰ ਲੋਕਾਂ ਦੇ ਖਜ਼ਾਨੇ 'ਚੋਂ ਆਉਂਦੇ ਸੀ ਉਹ ਥੱਲੇ ਲੱਗੇ ਨਹੀਂ, ਪੈਸਿਆਂ ਦੀ ਕਿਵੇਂ ਲੁੱਟ ਖਸੁੱਟ ਹੋਈ ਆ ਉਹਦਾ ਸਾਹਮਣੇ ਚਿਹਰਾ ਮੂੰਹ ਬੋਲਦੀ ਤਸਵੀਰ ਅੰਮ੍ਰਿਤਸਰ ਪੂਰਬੀ ਹੈ। ਸੁਨੀਲ ਜਾਖੜ ਨੇ ਕਾਂਗਰਸ ਦੇ ਸੀਐਮ ਫੇਸ ਤੇ ਸਵਾਲ ਚੱਕੇ। ਹਾਂਜੀ, ਸੁਨੀਲ ਜਾਖੜ ਨੇ ਕੱਲ ਕਾਂਗਰਸ ਦੇ ਸੀਐਮ ਫੇਸ ਤੇ ਸਵਾਲ ਚੱਕੇ। ਦੇਖੋ, ਜਾਖੜ ਸਾਹਿਬ ਨੇ ਜੋ ਗੱਲ ਕੀਤੀ, ਇਹ ਗੱਲਾਂ ਉਸ ਵੇਲੇ ਵੀ ਛਪੀਆਂ ਸੀ, ਮਗਰ ਮੈਂ ਸਮਝਦਾ ਜਾਖੜ ਸਾਹਿਬ ਨੇ ਅਸਲੀਅਤ ਆਪਦੇ ਮੂੰਹੋਂ ਬਿਆਨ ਕੀਤੀ। ਕਿਉਂਕਿ ਇੱਕ ਹੈ ਸੂਤਰਾਂ ਰਾਹੀਂ ਖਬਰ ਲੱਗਣੀ, ਇੱਕ ਹੈ ਜਿਹੜੇ ਨਾਲ ਹੱਡ ਬੀਤੀ, ਜਿਹਨੂੰ 42 ਵੋਟਾਂ ਪਈਆਂ ਹੋਣ, ਉਹ ਮੁੱਖ ਮੰਤਰੀ ਦਾ ਚਿਹਰਾ ਕਾਂਗਰਸ ਨੇ ਨਹੀਂ ਬਣਾਇਆ। ਇਸ ਲਈ ਨਹੀਂ ਬਣਾਇਆ ਕਿਉਂਕਿ ਉਹ ਹਿੰਦੂ ਧਰਮ ਨਾਲ ਸੰਬੰਧਿਤ ਹੈ, ਅਪਮਾਨ ਕੀਤਾ ਹਿੰਦੂ ਭਾਈਚਾਰੇ ਦਾ। ਜੋ ਧਰਤੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹੈ, ਜੋ ਧਰਤੀ ਭਾਈਚਾਰਕ ਸਾਂਝ ਵਾਸਤੇ ਵਸਦੀ ਹੈ, ਜੋ ਧਰਤੀ ਇੱਕ ਦੂਜੇ ਦੀ ਭਲੇ ਵਾਸਤੇ ਦਿਨ ਰਾਤ ਮੋਢੇ ਨਾਲ ਮੋਢਾ ਮਿਲਾ ਕੇ ਅਮਨ ਸ਼ਾਂਤੀ ਕਾਨੂੰਨ ਦੀ ਬਹਾਲੀ ਵਾਸਤੇ ਕੰਮ ਕਰਦੀ ਹੈ, ਉਸ ਧਰਤੀ ਤੇ ਰਾਹੁਲ ਗਾਂਧੀ, ਸੋਨੀਆ ਗਾਂਧੀ ਦੀ ਕਾਂਗਰਸ ਨੇ ਉਸ ਧਰਤੀ ਨੂੰ, ਗੁਰੂਆਂ ਪੀਰਾਂ ਦੀ ਇਸ ਪਵਿੱਤਰ ਧਰਤੀ ਨੂੰ ਅਪਮਾਨਿਤ ਕਰਨ ਦਾ ਕੰਮ ਕੀਤਾ। ਸਿਰਫ ਇਹ ਡਿਸਕੁਆਲੀਫਿਕੇਸ਼ਨ ਦਾ ਕਾਰਨ ਬਣਿਆ
ਕਿ ਹੀ ਬਿਲੋਂਗਸ ਟੂ ਹਿੰਦੂ ਭਾਈਚਾਰਾ। ਇਹ ਸੋਚ ਪੰਜਾਬੀਆਂ ਦੀ ਨਹੀਂ, ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਵੀ ਇਹ ਸੋਚ ਨੂੰ ਉਸ ਵੇਲੇ ਕੰਡੈਮ ਕੀਤਾ। ਇਹਦੇ ਲਈ ਜਵਾਬਦੇਹੀ ਨੇ ਚੰਨੀ ਸਾਹਿਬ, ਇਹਦੇ ਲਈ ਜਵਾਬਦੇਹੀ ਨੇ ਨਵਜੋਤ ਸਿੰਘ ਸਿੱਧੂ, ਇਹਦੇ ਲਈ ਜਵਾਬਦੇਹੀ ਨੇ ਸੁਖਜਿੰਦਰ ਰੰਧਾਵਾ, ਇਹਦੇ ਲਈ ਜਵਾਬਦੇਹੀ ਨੇ ਗਾਂਧੀ ਪਰਿਵਾਰ। ਕਿਉਂਕਿ ਸਭ ਨੂੰ ਪਤਾ ਹੈ ਜਾਖੜ ਸਾਹਿਬ ਨੂੰ ਮੁੱਖ ਮੰਤਰੀ ਬਣਨ ਦਾ ਵਿਰੋਧ ਕਿਹਨੇ ਕੀਤਾ, ਔਰ ਮੁੜ ਕੇ ਉਹਨਾਂ ਨੂੰ ਬਣਾਤਾ ਜਿਹਦੇ ਕੋਲ 2 ਵੋਟਾਂ ਸਨ। ਤੇ ਕਿੰਨੀ ਕਾਂਗਰਸ ਦੇ ਅੰਦਰ ਡੈਮੋਕ੍ਰੇਸੀ ਹੈ। ਇਹ ਗੱਲ ਵੀ ਇਸ ਤੋਂ ਪਾਸ ਹੋ ਗਈ ਕਿ ਪਰਚੀ ਆਉਂਦੀ ਹੈ ਔਰ ਪਰਚੀ ਨਾਲ ਮੁੱਖ ਮੰਤਰੀ ਬਣਦਾ, ਚਾਹੇ ਉਹ ਲੋਕਾਂ ਦੀ ਚੋਇਸ ਨਹੀਂ ਹੈ। ਪਰ ਲੱਗਦਾ ਕਿ 6 ਤਰੀਕ ਨੂੰ ਐਲਾਨ ਕਰਨਾ ਹੈ। ਸੀਐਮ ਫੇਸ ਦਾ ਅਨਾਉਂਸਮੈਂਟ ਰੁਕ ਗਈ ਕਿਉਂਕਿ ਆਸ ਇਹ ਕੀਤੀ ਜਾ ਰਹੀ ਸੀ ਕਿ ਕੱਲ ਸ਼ਾਮ ਨੂੰ 7 ਵਜੇ ਕਾਂਗਰਸ ਵੱਲੋਂ ਸੀਐਮ ਫੇਸ ਅਨਾਉਂਸ ਕੀਤਾ ਜਾਣਾ ਹੈ। ਦੇਖੋ ਕਾਂਗਰਸ 'ਚ ਘਮਾਸਾਨ ਚੱਲ ਰਿਹਾ, ਔਰ ਮੈਂ ਤੁਹਾਨੂੰ ਕੱਲ ਵੀ ਇਹ ਬੇਨਤੀ ਕੀਤੀ ਸੀ ਕਿ ਜੇ ਸੀਐਮ ਚਿਹਰੇ ਤੇ ਇਹਨਾਂ ਨੇ ਕੇਵਲ ਪੋਲਿਟਿਕਸ ਕਰਨੀ ਹੈ। ਪਹਿਲਾਂ ਇਹਨਾਂ ਨੇ ਜਦੋਂ ਚੰਨੀ ਸਾਹਿਬ ਨੂੰ ਬਣਾਇਆ ਕਿਹਾ ਅਸੀਂ ਪੰਜਾਬ ਨੂੰ ਕੀ ਪਹਿਲੀ ਵਾਰੀ ਸ਼ਡਿਊਲ ਕਾਸਟ ਭਾਈਚਾਰੇ ਦਲਿਤ ਫੇਸ ਹੈ ਸੀਐਮ ਦਿੱਤਾ, ਤੇ ਅੱਜ ਤੁਹਾਨੂੰ ਉਹਦੀ ਕਾਰਗੁਜ਼ਾਰੀ ਤੇ ਫਿਰ ਭਰੋਸਾ ਨਹੀਂ। ਕੱਲਾ ਜੋ ਸਾਡੀ ਗੱਲਾਂ ਸੱਚੀਆਂ ਹੋ ਗਿਆ ਕਿ ਤੁਸੀਂ ਯੂਜ਼ ਐਂਡ ਅਬਿਊਜ਼ ਕਰਨਾ ਚਾਹੁੰਦੇ ਸੀ, ਉਹ ਗੱਲ ਸੱਚ ਹੋ ਗਈ ਆ। ਜੇ ਤੁਹਾਡਾ ਫੇਸ ਤੁਸੀਂ ਕਾਬਿਲ ਸਮਝਦੇ ਹੋ, ਚੰਗਾ ਸਮਝਦੇ ਹੋ, ਤੇ ਫਿਰ ਮੁੱਖ ਮੰਤਰੀ ਦੀ ਅਗਵਾਈ ਹੇਠ ਇਲੈਕਸ਼ਨ ਲੜੀ ਜਾਂਦੀ, ਕਿਉਂ ਨਹੀਂ ਲੜੀ ਜਾ ਰਹੀ? ਇਸ ਲਈ ਕਾਂਗਰਸ ਦੀ ਮਾਨਸਿਕਤਾ ਬਾਹਰ ਨਿਕਲ ਕੇ ਆ ਰਹੀ ਹੈ ਕਿ ਕਿਵੇਂ ਹਰ ਭਾਈਚਾਰੇ ਨੂੰ ਪਾੜੋ ਤੇ ਰਾਜ ਕਰੋ ਵਾਲੀ ਰਾਜਨੀਤੀ, ਯੂਜ਼ ਐਂਡ ਅਬਿਊਜ਼ ਐਂਡ ਥਰੋ, ਜੋ ਲੰਮਾ ਸਮਾਂ ਇਹਨਾਂ ਨੇ ਸ਼ਡਿਊਲ ਕਾਸਟ ਭਾਈਚਾਰੇ ਨਾਲ ਜੋ ਇੰਦਰਾ ਗਾਂਧੀ ਕਰਦੀ ਸੀ, ਜੋ ਰਾਜੀਵ ਗਾਂਧੀ ਕਰਦਾ ਸੀ, ਅੱਜ ਉਸੇ ਨਕਸ਼ੇ ਕਦਮ ਤੇ ਰਾਹੁਲ ਗਾਂਧੀ ਚੱਲਿਆ। ਰੋਡ ਰੇਜ ਮਾਮਲੇ ਦੇ ਵਿੱਚ ਅੱਜ ਨਵਜੋਤ ਸਿੰਘ ਸਿੱਧੂ ਸੁਪਰੀਮ ਕੋਰਟ ਪਹੁੰਚਣਗੇ, ਸੁਣਵਾਈ ਹੋਣੀ ਹੈ। ਚਲੋ ਦੇਖੋ, ਉਹ ਸੁਪਰੀਮ ਕੋਰਟ ਨੇ ਉਹਦੇ ਤੇ ਫੈਸਲਾ ਕਰਨਾ ਹੈ, ਮੇਰਾ ਉਹਦੇ ਤੇ ਕੋਈ ਟਿੱਪਣੀ ਦੇਣੀ ਬਣਦੀ। ਸਟਾਰ ਕੰਪੇਨਿੰਗ ਲਿਸਟ ਬਣੀ ਉੱਤਰਾਖੰਡ ਦੀ, ਨਵਜੋਤ ਸਿੰਘ ਸਿੱਧੂ ਦਾ ਨਾਮ ਨਹੀਂ ਲਿਆ, ਚੰਨੀ ਨੂੰ ਲਿਸਟ ਲਿੱਤਾ ਗਿਆ, ਨਵਜੋਤ ਸਿੰਘ ਸਿੱਧੂ ਦਾ ਨਾਮ ਨਹੀਂ। ਹਾਲਾਂਕਿ ਸਭ ਤੋਂ ਪਹਿਲਾਂ ਉੱਪਰ ਨਾਮ ਉਹਨਾਂ ਦਾ ਨਾਮ। ਮੈਂ ਦੁੱਖ ਸਾਂਝਾ ਕਰਦਾ ਆਪਦੇ ਵੀਰ ਨਾਲ ਨਵਜੋਤ ਸਿੰਘ ਸਿੱਧੂ, ਜਦੋਂ ਮੋਢੇ ਦੀ ਲੋੜ ਪਊ, ਕੋਈ ਮਾੜਾ ਮੋਟਾ ਦਰਦ ਵੱਧ ਹੋਊਗਾ ਤੇ ਮਜੀਠੀਆ ਹਮੇਸ਼ਾ ਹਾਜ਼ਰ ਆ ਉਹਨਾਂ ਦੇ ਦਰਦ ਨੂੰ ਘਟਾਉਣ ਵਾਸਤੇ ਜੇ ਕੋਈ ਕਦਮ ਨਵਜੋਤ ਸਿੰਘ ਸਿੱਧੂ ਸਿਰਫ ਕੁਰਸੀ ਦੀ ਲੜਾਈ ਲੜ ਰਹੇ ਨੇ, ਪਰ ਜਿਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਨੇ ਕਿ ਸੀਐਮ ਫੇਸ ਚੰਨੀ ਨੂੰ ਬਣਾਇਆ ਜਾ ਸਕਦਾ, ਉਸ ਤੋਂ ਬਾਅਦ ਤੁਹਾਡੇ ਵੀ ਸੂਤਰ ਤੁਸੀਂ ਹਰ ਵਾਰੀ ਜ਼ਿਕਰ ਕਰਦੇ ਹੋ ਕਿ ਤੁਹਾਡੇ ਕੋਲ ਖਬਰ ਪਹਿਲਾਂ ਪਹੁੰਚ ਜਾਂਦੀ ਹੈ, ਤੁਹਾਨੂੰ ਇਸ ਬਾਰੇ ਕੀ ਜਾਣਕਾਰੀ ਹੈ ਕਿ ਉਹ ਕੀ ਅੱਗੇ ਸਟੈਪ ਚੁੱਕ ਸਕਦੇ ਆ? ਸਾਡੇ ਸੂਤਰ ਤਾਂ ਇਹੀ ਕਹਿੰਦੇ ਜੋ ਤੁਹਾਡੇ ਸੂਤਰ ਕਹਿ ਰਹੇ। ਤੁਸੀਂ ਕਹਿ ਰਹੇ ਹੋ ਕਿ ਆਨੇ ਬਹਾਨੇ ਉਹਨਾਂ ਨੇ ਛੱਡਣਾ ਹੈ ਸੀਐਮ ਜੇ ਨਾ। ਨਹੀਂ, ਮੈਂ ਤਾਂ ਤੁਹਾਨੂੰ ਇਹ ਬੇਨਤੀ ਕੀਤੀ ਹੈ ਕਿ 에ਅਰ ਐਂਬੂਲੈਂਸ ਤਿਆਰ ਹੋਵੇ, ਠੀਕ ਹੈ ਜੀ, ਕਿਉਂਕਿ ਔਰ ਹੋਲੀ ਸਿਟੀ ਨੂੰ ਚਾਰੋਂ ਪਾਸੋਂ ਘੇਰ ਲਿਆ ਜਾਵੇ ਜਿੱਥੇ ਸਿੱਧੂ ਸਾਹਿਬ ਰਹਿੰਦੇ, ਕਿਉਂਕਿ ਜੇ ਉਹਨਾਂ ਨੂੰ ਨਹੀਂ ਲਾਣਿਆ ਤੇ ਉੱਥੇ ਟੁੱਟ ਭੱਜ ਬੜੀ ਹੋਣੀ ਤੇ ਨੁਕਸਾਨ ਹੋ ਸਕਦਾ। ਔਰ ਪੁਲਿਸ ਨੂੰ ਮੈਂ ਤਾਂ ਕਮਿਸ਼ਨਰ ਆਫ ਪੁਲਿਸ ਨੂੰ ਪਹਿਲਾਂ ਹੀ ਸੁਚੇਤ ਕਰਦਾ ਕਿ ਕਾਈਂਡਲੀ ਇਹ ਜਿਹਾ ਨੁਕਸਾਨ ਨਾ ਹੋਵੇ ਕਿਸੇ ਦਾ, ਤੁਸੀਂ ਪਹਿਲਾਂ ਹੀ ਸਿਕਿਉਰਿਟੀ ਵਧਾ ਕੇ ਰੱਖੋ ਔਰ 에ਅਰ ਐਂਬੂਲੈਂਸ ਵੀ ਤਿਆਰ ਰੱਖੋ, ਕਿਉਂਕਿ ਫਿਰ ਜਿਹੜਾ ਦਿਲ 'ਚ ਘਾਊ-ਮਾਊ ਹੋਣਾ ਉਹ ਕੋਈ ਵੱਡਾ ਕਾਰਡੀਓਲੋਜਿਸਟ ਹੀ ਵਿੱਚ ਦਖਲ ਦੇਵੇ ਤੇ ਬਚ ਸਕਦਾ। ਔਰ ਦਿੱਲੀ ਦੀ ਦੂਰੀ 500 ਕਿਲੋਮੀਟਰ ਹੈ। ਹੁਣ ਜੇ ਸਿੱਧੂ ਸਾਹਿਬ ਨੂੰ ਨਾਲ ਲਾਇਆ ਗਿਆ, ਉਹਨਾਂ ਦਾ ਇਲਾਜ ਤਾਂ ਇਕੱਲਾ ਫਿਰ ਜਨਰਲ ਬਾਜਵਾ ਜਾਂ ਇਮਰਾਨ ਖਾਨ ਕਰ ਸਕਦਾ, ਹੋਰ ਕੋਈ ਨਹੀਂ ਕਰ ਸਕਦਾ। ਇੱਥੋਂ 30 ਕਿਲੋਮੀਟਰ ਦੀ ਦੂਰੀ ਤੇ ਲਾਹੌਰ 'ਚ ਉਹਨਾਂ ਦਾ ਇਲਾਜ ਵਧੀਆ ਹੋ ਸਕਦਾ। ਮੈਂ ਤਾਂ ਸੁਝਾਅ ਦੇ ਸਕਦਾ, ਬਾਕੀ ਉਹਨਾਂ ਦੀ ਮਰਜ਼ੀ ਹੈ ਜੀ ਕਿਨੇ ਕੀ ਕਰਨਾ। ਮੈਂ ਲੱਗਦਾ ਕਿ ਦਬਾਅ ਬਣਾਉਣ ਲਈ 3 ਦਿਨਾਂ ਤੋਂ ਚੋਣ ਪ੍ਰਚਾਰ ਤੋਂ ਦੂਰ ਹੈ ਨਵਜੋਤ ਸਿੰਘ ਸਿੱਧੂ। ਉਹ ਇੱਕ ਨਾ, ਮੈਂ ਦੇਖੋ ਮੇਰੀ ਇਹ ਸਤਿਕਾਰਯੋਗ ਬੀਬੀ ਨਵਜੋਤ ਕੌਰ ਸਿੱਧੂ ਮੇਰੀ ਸਤਿਕਾਰਯੋਗ ਭੈਣ ਜੀ ਨੇ, ਮੈਂ ਇਹਨਾਂ ਦੀ ਪੁਰਾਣੀ ਤੁਹਾਨੂੰ ਇੱਕ ਹਿਸਟਰੀ ਦੱਸ ਦਿਆਂ, ਜੇ ਚਲਾ ਵੀ ਦਿਓ ਬੇਸ਼ੱਕ। ਜਦੋਂ ਨਵਜੋਤ ਸਿੰਘ ਸਿੱਧੂ ਨੇ ਕੋਈ ਵਿਚਾਰ ਰੱਖਣੇ ਹੁੰਦੇ ਨਾ, ਪਹਿਲਾਂ ਬੀਬੀ ਜੀ ਬੋਲਦੇ ਹੁੰਦੇ ਆ, ਤੇ 4 ਦਿਨਾਂ ਬਾਅਦ ਨਵਜੋਤ ਸਿੰਘ ਸਿੱਧੂ, ਕਿਉਂਕਿ ਹਰ ਗੱਲ ਜੇ ਉਹ ਆਪ ਬੋਲੂਗਾ ਤੇ ਮਾੜਾ ਲੱਗਦਾ, ਤੇ ਇਹ ਤਾਂ ਇਸ਼ਾਰਾ ਉਹ ਤੋਂ ਕਰਾ ਰਿਹਾ ਕਿ ਜੇ ਨਾ ਬਣਾਇਆ ਨਾ ਤਾਂ ਫਿਰ ਵੇਖ ਲਿਓ। ਕਹਿ ਤੇ ਦਿੱਤਾ ਉਹਨੇ। ਉਹ ਇਸ ਲਈ ਉਹ ਜੋ ਬੋਲ ਰਹੀ ਹੈ ਉਹਨਾਂ ਦੇ ਸਿਖਾਏ ਬੋਲ ਰਹੇ ਨੇ, ਬੜੀ ਸਲਾਹ ਨਾਲ ਬੋਲ ਰਹੇ, ਹਮੇਸ਼ਾ ਹੀ ਪਹਿਲਾਂ ਵੀ ਵੇਖ ਲਿਓ, ਮਤਲਬ ਹਿਸਟੋਰਿਕਲੀ ਤੁਸੀਂ ਸਾਰੀ ਆਪਦੀ 올ਡ ਕਲਿੱਪਸ ਕੱਢ ਲਓ। ਇਹ ਜੋ ਬੋਲ ਰਿਹਾ ਨਵਜੋਤ ਸਿੰਘ ਸਿੱਧੂ ਦੇ ਬੋਲ ਰਿਹਾ, ਉਹਨਾਂ ਦੇ ਆਪ ਦੇ ਵਿਚਾਰ ਇਕੱਲੇ ਨਹੀਂ ਇਹ। ਲੱਗਦਾ ਕਿ ਕਾਂਗਰਸ ਆਪਣੇ ਏਰੀਆ ਕੰਪੇਨਿੰਗ ਕਰਨ ਨਹੀਂ ਆਇਆ ਸੀ, ਅਨਾਉਂਸ ਜਾਂ ਵਾਈਫ ਹੀ ਕਰ ਰਹੀ ਹੈ। ਨਹੀਂ, ਵੋਟਾਂ ਮੰਗਣਗੇ ਕੇਸ ਆਧਾਰ ਤੇ। 18 ਸਾਲ ਇੱਥੋਂ ਦੇ ਐਮਪੀ, ਚੀਫ ਪਾਰਲੀਮੈਂਟਰੀ ਸੈਕਟਰੀ, ਮਿਨਿਸਟਰ, ਸਾਰੀਆਂ ਸਰਕਾਰਾਂ ਹੰਢਾ ਲੀਆਂ, ਕੰਮ ਤਾਂ ਕੋਈ ਕੀਤਾ ਨਹੀਂ, ਕਿਸੇ ਦੇ ਸੁੱਖ ਦੁੱਖ ਦੇ ਭਾਈਵਾਲ ਨਹੀਂ। ਹਲਕੇ ਦਾ ਮਾਡਲ ਮੈਂ ਕੱਲ ਤੁਹਾਨੂੰ ਵਿਖਾਇਆ ਹੀ ਆ, ਉੱਥੇ
ਮੈਂ ਤੁਹਾਨੂੰ ਮੰਡੀ ਵੀ ਲੈ ਕੇ ਜਾਊਂਗਾ, ਉੱਥੇ ਵੀ ਮਾਡਲ ਵਿਖਾਊਂਗਾ। ਜੇ ਇਸ ਹਲਕੇ 'ਚ ਬੇਸਿਕ ਸਹੂਲਤਾਂ ਨਹੀਂ ਪਹੁੰਚ ਰਹੀਆਂ, ਬਿਜਲੀ, ਪਾਣੀ, ਸੜਕ ਦੀ, ਸਕੂਲਾਂ ਦਾ, ਹਸਪਤਾਲਾਂ ਦਾ ਬੁਰਾ ਹਾਲ ਹੈ, ਉੱਥੇ ਕੀ ਮਾਡਲ ਹੈ? ਲੋਕਾਂ ਨੇ ਜੇ ਪੰਜਾਬ ਦਾ ਮਾਡਲ ਇਹਨਾਂ ਦਾ ਵੇਖਣਾ, ਨਾ ਹਲਕਾ ਆ ਕੇ ਵੇਖਣ, ਜਹਾਜ਼ਗੜ੍ਹ ਵੇਖਣ ਆ ਕੇ। ਲੋਕ ਉੱਥੇ ਲੋਕਾਂ ਨੇ ਉਹਦਾ ਨਾਂ ਰੱਖਿਆ ਸਮੁੰਦਰੀ ਜਹਾਜ਼ਗੜ੍ਹ, ਡੁੱਬਿਆ ਪਿਆ, ਉੱਥੇ ਕਿਸ਼ਤੀਆਂ ਹੀ ਦੇ ਦੇਣੇ ਨਾਲ। ਬੱਲੇ ਦੀ ਮੰਡੀ ਆਉਣ, ਵੇਖਣ ਉੱਥੇ ਕੀ ਹਾਲ ਹੈ ਸਬਜ਼ੀ ਮੰਡੀ ਦਾ, ਵਨ ਆਫ ਦਾ ਬਿਗੇਸਟ ਸਬਜ਼ੀ ਮੰਡੀ, ਔਰ ਉਹਦਾ ਹਾਲ ਵੇਖੋ ਕੀ ਬਣਿਆ ਪਿਆ। ਲੱਗਦਾ ਕਿ ਹਾਈ ਕਮਾਂਡ ਕਿਤੇ ਨਾ ਕਿਤੇ ਫਸੀ ਨਜ਼ਰ ਆ ਰਹੀ ਹੈ ਨਵਜੋਤ ਸਿੰਘ ਸਿੱਧੂ ਲੈ ਕੇ, ਸੱਪ ਦੇ ਮੂੰਹ 'ਚ ਕੋੜ ਕੇ ਲਈ ਛੱਡਣ ਤਾਂ ਵੀ ਮਾਰਦੇ ਆ, ਨਾ ਛੱਡਣ ਤਾਂ ਵੀ ਮਾਰਦੇ। ਹਾਈ ਕਮਾਂਡ ਤਾਂ ਪਤਾ ਨਹੀਂ ਫਸੀ ਨਹੀਂ ਫਸੀ, ਇਹ ਫਸ ਜਾਣੇ ਦੋਵੇਂ। ਚਲੋ ਮੇਰੀ ਤਾਂ ਇਹਨਾਂ ਲਈ ਵੀ ਮੈਂ ਅਰਦਾਸ ਕਰਦਾ ਕਿ ਜੀ ਰੱਬ ਇਹਨਾਂ ਨੂੰ ਖੁਸ਼ ਰੱਖੇ। ਗੁਰਿੰਦਰ ਨੂੰ ਜੁਆਇਨ ਕਰਾਉਣਾ। ਔਰ ਸਾਡੇ ਸਾਹ ਗੁਰਿੰਦਰ ਸਿੰਘ ਜੀ ਵੀ ਅੱਜ ਸ਼ਾਮਿਲ ਹੋ ਰਹੇ ਆ ਸ਼੍ਰੋਮਣੀ ਅਕਾਲੀ ਦਲ ਵਿੱਚ। ਇਹ ਪਉਵਿੰਡ ਸਾਹਿਬ ਦੇ ਨਾਲ ਸਾਥੀ ਨੇ, ਇਹਨਾਂ ਨੂੰ ਵੀ ਜੀ ਆਇਆਂ ਨੂੰ ਕੋਟਨ ਕੋਟ ਧੰਨਵਾਦ। ਬਿਆਨ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਬਲਟੋਆ ਸਾਹਿਬ ਹਾਂਜੀ ਮਾਰਦੇ ਵੀ ਪਾਕਿਸਤਾਨ ਨੂੰ ਕਿਉਂ ਨਹੀਂ ਰੋਕਦਾ ਜੀ। ਇਮਰਾਨ ਖਾਨ ਨੂੰ ਜਾ ਗਿਆ, ਜਨਰਲ ਬਾਜਵਾ ਨੂੰ ਕਿਉਂ ਨਹੀਂ ਕਹਿੰਦਾ ਜਾ ਕੇ ਕਿ ਇੰਨੇ ਫੌਜੀ ਸ਼ਹੀਦ ਕੀਤੇ ਜਾ ਰਹੇ ਆ, ਪਾਕਿਸਤਾਨ ਕਿਉਂ ਨਹੀਂ ਰੋਕਦਾ? ਦੇਖੋ, ਮੈਂ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਉਹ ਟੈਕਟੀਕਲ ਸਪੋਰਟ ਦਿੰਦੇ ਆ ਇਮਰਾਨ ਖਾਨ ਨੂੰ ਔਰ ਜਨਰਲ ਬਾਜਵਾ ਨੂੰ, ਮੈਂ ਉਹਦੇ ਉਲਟਾ। ਜਦੋਂ ਬਾਲਾਕੋਟ ਦੀ 에ਅਰ ਸਟ੍ਰਾਈਕ ਹੋਈ ਆ, ਅਭਿਨੰਦਨ ਜੀ ਨੇ ਐਡਾ ਵਧੀਆ ਕੰਮ ਕੀਤਾ ਜਾਂ ਸਾਡੀ 에ਅਰ ਫੋਰਸ ਨੇ ਵਧੀਆ ਕੰਮ ਕੀਤਾ। ਹੀ ਵਾਸ ਦ ਫਰਸਟ ਪਰਸਨ ਟੂ ਸੇ ਕਿ ਜੀ ਉੱਥੇ ਜਾ ਕੇ ਤਾਂ ਦਰਖਤਾਂ ਤੇ ਬੰਬ ਸਿੱਟ ਕੇ ਆ ਗਏ ਆ। ਕੀ ਆਪ ਦੀ ਫੋਰਸ ਦੇ ਬਾਰੇ ਤੁਸੀਂ ਇਹ ਜੀ ਗੱਲ ਕਰਦੇ ਚੰਗੇ ਲੱਗਦੇ ਹੋ? ਫੋਰਸ ਦੇ ਮਗਰ, ਆਪਣੀ ਇੰਡੀਅਨ ਆਰਮੀ ਆਰਮਡ ਫੋਰਸਿਸ ਦੇ ਮਗਰ ਚਟਾਨ ਵਾਂਗੂ ਹਰ ਦੇਸ਼ਵਾਸੀ ਨੂੰ ਖਲੋਣਾ ਚਾਹੀਦਾ। ਔਰ ਕੋਈ ਬਾਹਰਲਾ ਕਿੰਤੂ ਪਰੰਤੂ ਕਰੇ, ਸਮਝ ਆ ਸਕਦੀ ਹੈ ਪਾਕਿਸਤਾਨ ਕਰੇ, ਮਗਰ ਪਾਕਿਸਤਾਨ ਦੀ ਭਾਸ਼ਾ ਬੋਲਣੀ ਇਹ ਨਹੀਂ ਸ਼ੋਭਦੀ ਕਿਸੇ ਲੀਡਰ ਨੂੰ। ਔਰ ਇਹੀ ਚੀਜ਼ ਕਈ ਵਾਰੀ ਵੇਖਣ ਨੂੰ ਮਿਲੀ ਆ। ਚਾਹੇ ਕੋਈ ਸ਼ਹੀਦ ਹੁੰਦਾ ਜਦ ਇੱਥੇ, ਉਹਨਾਂ ਦੀ ਤਾਂ ਪਹੁੰਚਦੇ ਨਹੀਂ ਔਰ ਉੱਥੇ ਜਾ ਕੇ ਜੱਫੀਆਂ ਪੈ ਜਾਂਦੀਆਂ ਨੇ। ਸੋ ਇਹ ਜੇ ਕਈ ਕੁਐਸਚਨੇਬਲ ਗੱਲਾਂ ਨੇ ਜਿਹਨੂੰ ਕਿਸੇ ਦੇਸ਼ਵਾਸੀ ਨੇ ਸਹੀ ਨਹੀਂ ਸਮਝਿਆ। ਮੈਂ ਸਮਝਦਾ ਜਿਹੜੇ ਸ਼ਹਾਦਤ ਸਾਡੇ ਦੇਸ਼ ਵਾਸਤੇ ਦੇ ਰਹੇ ਉਹਨਾਂ ਦਾ ਅਪਮਾਨ ਹੈ। ਐਂਡ ਕਾਂਗਰਸ ਹੈਜ਼ ਟੂ ਆਨਸਰ ਦਿਸ ਕਿ ਤੁਹਾਡਾ ਲੀਡਰ, ਤੁਹਾਡਾ ਜਿਹਨੂੰ ਤੁਸੀਂ ਪੀਪੀਸੀਸੀ ਦਾ ਪ੍ਰਧਾਨ ਬਣਾਇਆ, ਕੀ ਉਹ ਅਪਮਾਨਿਤ ਕਰ ਸਕਦਾ ਹੈ ਜਿਨ੍ਹਾਂ ਨੇ ਦੇਸ਼ ਲਈ ਏਡੀ ਵੱਡੀ ਕੁਰਬਾਨੀਆਂ ਦਿੱਤੀਆਂ? ਹੁਣ ਸਾਡੇ ਆਰਮਡ ਫੋਰਸਿਸ ਸ਼ਹੀਦਾਂ ਨੇ। ਬਲਟੋਆ ਸਾਹਿਬ ਦੀ ਬੇਨਤੀ ਸੁਣ ਲਿਓ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਬਿਕਰਮਜੀਤ ਸਿੰਘ ਜੀ ਪਉਵਿੰਡ